ਉਹ ਜਿਹੜੇ ਸਾਡੇ ਸਾਹਮਣੇ ਕੈਂਡੀਡੇਟ ਹੈ ਜਾਂ ਬਹੁਤ ਸਾਰੇ ਹੈ ਸਾਡੇ ਪਿੱਛੇ ਸਮਾਜ 'ਚ ਰਹਿੰਦੇ ਆ, ਲੇਕਿਨ ਉਹ ਗੁਰੇਜ਼ ਨਹੀਂ ਕਰਦੇ ਕਸਮ ਖਾਣ ਤੋਂ। ਪਰੰਪਰਤਾ ਸਹੁੰ ਪਾ ਲਈ, ਗਾਤਰਾ ਪਾ ਲਿਆ, 22 ਤਰੀਕ ਆ, ਉਸ ਤੋਂ ਬਾਅਦ ਫਿਰ ਉਹਨਾਂ ਨੇ ਉਹੀ ਕਰਨਾ। ਸਿੱਖ ਜਿਹੜਾ ਹੈਗਾ ਨਾ, ਉਹ ਖਾੜਕੂ ਕੌਮ ਹੈ, ਆਪਣੇ ਹੱਕਾਂ ਵਾਸਤੇ ਲੜਨ ਵਾਸਤੇ ਗੁਰੂ ਦੇ ਧਾਰਨੀ ਹੈ, ਉਹ ਸੇਵਾ ਦੇ ਪਰਪੱਕ ਹੈ, ਉਹ ਕਦੇ ਪਿੱਛੇ ਨਹੀਂ ਹਟਦੇ। ਬੇਸ਼ੱਕ ਆਪਸ ਵਿੱਚ ਲੜ ਕੇ ਥੋੜ੍ਹੀ ਬਹੁਤੀ ਐਕਸਰਸਾਈਜ਼ ਕਰਦੇ ਰਹਿੰਦੇ ਆ, ਜੇ ਕੋਈ ਹੋਰ ਨਾਲ ਲੜੇ ਵੀ ਲੈਵੇ ਹੀ ਮਜ਼ਬੂਤ ਇੰਨੇ ਕੁ ਤਾਂ ਹੋਈਏ। ਜਦੋਂ ਮਨਜੀਤ ਸਿੰਘ ਸੀਟ 'ਤੇ ਆ ਗਿਆ, ਪ੍ਰਧਾਨਗੀਆਂ ਦੇ ਸੈਕਟਰੀਆਂ ਦੇ ਲਾਲਚਾਂ ਨਾਲ ਉਹਨਾਂ ਨੇ ਉਹਨੂੰ ਕਿਹਾ ਜੀ ਇਹਨੇ ਇਹ ਕੀਤਾ, ਭ੍ਰਿਸ਼ਟਾਚਾਰ ਕੀਤਾ, ਇਹ ਕੀਤਾ, ਉਹਦੀ ਪਿੱਠ 'ਚ ਛੁਰਾ ਖੋਪਿਆ, ਲੇਕਿਨ ਉਹ ਉੱਠਿਆ ਮਰਦ ਦਾ ਬੱਚਾ, ਕਿਉਂਕਿ ਉਹ ਜਥੇਦਾਰ ਸੰਤੋਖ ਸਿੰਘ ਦਾ ਬੇਟਾ ਹੈ, ਉਹ ਜਿਹਦੀਆਂ ਕੁਰਬਾਨੀਆਂ ਨੂੰ ਨਾ ਭੁੱਲ ਨਹੀਂ ਸਕਦੀ ਦਿੱਲੀ। ਮੇਰੇ ਤੋਂ ਫਾਰਮ ਭਰਵਾਇਆ ਸੀ ਗ੍ਰੇਟਰ ਕੈਲਾਸ਼, ਕਹਿੰਦੇ ਤੁਸੀਂ ਅੰਮ੍ਰਿਤ ਛਕਿਆ? ਮੈਂ ਕਿਹਾ ਜੀ ਛਕਿਆ ਹੋਇਆ। ਕਿੰਨਾ ਚਿਰ ਹੋ ਗਿਆ? ਮੈਂ ਕਿਹਾ ਜੀ 30 ਸਾਲ ਹੋ ਗਏ। ਤੇ ਕਹਿੰਦੇ ਬਈ ਫਿਰ ਛਕ ਲਓ। ਮੈਂ ਜੀ ਮੈਨੂੰ ਕੀ ਹੈ, ਮੈਂ ਫਿਰ ਛਕ ਲੈਂਦਾ। ਮੈਂ ਫਿਰ ਲਾਈਨ 'ਚ ਬੈਠ ਗਿਆ। ਇਹ ਲੋਕਾਂ ਨੂੰ ਸਾਨੂੰ ਕਹਿ ਕੇ ਇੰਦਰਜੀਤ ਜੀ ਉਹ ਬੰਦੇ ਨੂੰ ਲਿਆਓ, ਜਦ ਆਪ ਇਲੈਕਸ਼ਨ ਲੜੋ ਜਾਂ ਕਿਸੇ ਬੰਦੇ ਨੂੰ ਆਪਣੇ ਨੂੰ ਲੜਾਓ, ਬੰਦਾ ਲੈ ਕੇ ਆਓ। ਦੇਸ਼ ਵਿਦੇਸ਼ 'ਚ ਵਸਦੀ ਸਾਰੀ ਸਿੱਖ ਸੰਗਤ ਨੂੰ ਦਾਸ ਜਸਮੀਤ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਤੁਸੀਂ ਲਗਾਤਾਰ ਇੱਕ ਤੋਂ ਬਾਅਦ ਇੱਕ ਸਾਡੇ ਚੈਨਲ ਰਾਹੀਂ ਜਾਗੋ ਪਾਰਟੀ ਦੇ ਹਰ ਇੱਕ ਕੈਂਡੀਡੇਟ ਦੀ ਤੁਸੀਂ ਤੁਹਾਡੇ ਨਾਲ ਰੂਬਰੂ ਕਰਾ ਰਹੇ ਹਾਂ, ਔਰ ਤੁਸੀਂ ਲਗਾਤਾਰ ਇੱਕ ਇੱਕ ਕੈਂਡੀਡੇਟ ਦਾ ਵੀ ਇੰਟਰਵਿਊ ਸਾਡੇ ਚੈਨਲ ਰਾਹੀਂ ਤੁਸੀਂ ਵੇਖ ਰਹੇ ਹੋ। ਇਸ ਵੇਲੇ ਅਸੀਂ ਖਾਸ ਤੌਰ ਤੇ ਸਰਿਤਾ ਵਿਹਾਰ ਦੀ ਸੀਟ ਤੇ ਅਸੀਂ ਮੌਜੂਦ ਹਾਂ, ਵਾਰਡ ਨੰਬਰ 34, ਜਿੱਥੇ ਜਾਗੋ ਪਾਰਟੀ ਦੇ ਕੈਂਡੀਡੇਟ ਸਰਦਾਰ ਇੰਦਰਜੀਤ ਸਿੰਘ ਜੀ ਜਿਹੜੇ ਕਿ ਇਸ ਵਾਰ ਜਾਗੋ ਪਾਰਟੀ ਦੇ ਚੋਣ ਲੜ ਰਹੇ ਨੇ। ਤੁਹਾਨੂੰ ਜੋੜੇ ਰੱਖਾਂਗੇ, ਉਹਨਾਂ ਨਾਲ ਗੱਲਬਾਤ ਕਰਦੇ ਆ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਸ ਹਿਸਾਬ ਨਾਲ ਦੇਖਦੇ ਹੋ ਤੁਸੀਂ 2021 ਦੀ ਚੋਣਾਂ ਨੂੰ, ਕਿਉਂਕਿ ਪਹਿਲੀ ਵਾਰ ਤੁਸੀਂ ਜੋ ਕਿ ਹੈ ਜਾਗੋ ਪਾਰਟੀ ਤੋਂ ਤੁਸੀਂ ਲੜਨ ਜਾ ਰਹੇ ਹੋ, ਔਰ ਦੂਸਰੀ ਜਿਹੜੇ ਕਿ ਅਗਰ ਗੱਲ ਕਰੀਏ ਖਾਸ ਤੌਰ ਤੇ ਇਸ ਸੀਟ ਦੇ ਮਾਮਲੇ ਤੇ ਗੱਲ ਕਰੀਏ, ਕਿਸ ਹਿਸਾਬ ਨਾਲ ਦੇਖਦੇ ਹੋ ਕੌਣ ਹੈ ਇੰਦਰਜੀਤ ਸਿੰਘ, ਕੀ ਉਹਨਾਂ ਦਾ ਪਿਛੋਕੜ ਹੈ? ਮੈਂ ਥੋੜ੍ਹਾ ਜਿਹਾ ਜਾਣਨਾ ਚਾਹਾਂਗਾ ਜੀ। ਮੈਂ ਜੀ ਇੰਦਰਜੀਤ ਸਿੰਘ ਪਿੱਛੇ ਤੋਂ ਮੈਂ ਪੰਜਾਬ ਤੋਂ ਬਿਲੋਂਗ ਕਰਦਾ, ਪਰ ਇੱਥੇ ਮੈਂ ਕੋਈ ਨਾ ਕੋਈ ਬਿਜ਼ਨਸ ਕਰਨਾ ਸੀ। ਮੈਂ ਟਰਾਂਸਪੋਰਟ ਦਾ ਕੰਮ ਇੱਥੇ ਸ਼ੁਰੂ ਕੀਤਾ, ਗੁਰੂ ਮਹਾਰਾਜ ਦੀ ਕਿਰਪਾ। ਔਰ ਮੇਰੇ ਮਨ 'ਚ ਬਹੁਤ ਦੇਰ ਤੋਂ ਸੀ, ਗੁਰੂ ਘਰ ਨਾਲ ਸ਼ੁਰੂ ਤੋਂ ਜੁੜਿਆ, ਬਾਣੀ ਬਾਣੇ ਦਾ ਧਾਰਨੀ ਆ, ਅੰਮ੍ਰਿਤ ਪਰਪੱਕ ਮੈਂ ਛਕਿਆ ਹੋਇਆ। ਔਰ ਗੁਰੂ ਘਰ ਜਿਹੜਾ ਮੇਰਾ ਲੋਕਲ, ਜਿੱਥੇ ਮੈਂ ਕਾਲਕਾ ਜੀ DDA ਫਲੈਟ ਰਹਿਣਾ, ਉਸ ਗੁਰੂ ਘਰ ਦੀ ਮੈਂ ਬਹੁਤ ਸਾਲ ਐਜ ਏ ਮੁੱਖ ਸੇਵਾਦਾਰ ਸੇਵਾ ਕੀਤੀ ਹੈ। ਜਸਟ ਅੱਜ ਤੁਸੀਂ ਪ੍ਰਧਾਨ ਕਹਿ ਲਓ, ਸੇਵਾਦਾਰ ਮੈਂ ਤਾਂ ਸੇਵਾਦਾਰ ਹੀ ਆਖਾਂਗਾ, ਉਹਦੀ ਸੇਵਾ ਕੀਤੀ ਹੈ। ਔਰ ਜਿਹੜਾ ਮੇਰਾ ਇਲਾਕਾ ਹੈ, ਸੌਰਵ ਵਿਹਾਰ, ਸਰਿਤਾ ਵਿਹਾਰ, ਤਿਗੜੀ, ਜੈਤਪੁਰ, ਮਿੱਠਾਪੁਰ, DDA ਫਲੈਟ ਕਾਲਕਾ ਜੀ, ਅਤੇ ਇੱਧਰ ਇਹ ਸੰਗਮ ਵਿਹਾਰ, ਇੱਥੋਂ ਤੱਕ ਸਾਰਾ ਜਿੰਨਾ ਏਰੀਆ ਆਉਂਦਾ ਹੈ, ਅਤੇ ਉਹਦੇ ਵਿੱਚ 14 ਗੁਰਦੁਆਰੇ ਅਪਰੋਕਸ ਆਉਂਦੇ ਨੇ। ਮੈਂ DDA ਫਲੈਟ, ਜਿਵੇਂ ਤੁਹਾਨੂੰ ਦੱਸਿਆ ਕਿ ਮੈਂ ਉੱਥੇ ਸੇਵਾ ਕੀਤੀ ਹੈ, ਔਰ ਜਿੱਥੇ ਤੱਕ ਮੇਰੇ 'ਚ ਹਿੰਮਤ ਸੀ, ਗੁਰੂ ਘਰ ਨਾਲ ਸੰਗਤਾਂ ਨੂੰ ਜੋੜਨ ਦੀ ਚਾਹ ਸੀ, ਉਹਨੂੰ ਮੈਂ ਮੁੱਖ ਰੱਖਦਿਆਂ ਅੱਜ ਸੰਗਤਾਂ 'ਚ ਆਇਆ। ਔਰ ਮੈਂ ਸੋਚਦਾ ਹੈ ਕਿ ਮੈਨੂੰ ਗੁਰੂ ਮਹਾਰਾਜ ਸ਼ਕਤੀ ਦੇਵੇ, ਸੀਸ 'ਤੇ ਹੱਥ ਰੱਖੇ, ਆਪਣੀ ਮਿਹਰ ਕਰੇ। ਇਹ ਸੰਗਤਾਂ ਦੀ ਸੇਵਾ ਜਿਹੜੀ ਆ, 14 ਗੁਰਦੁਆਰੇ, ਹੁਣ ਖਾਲੀ DDA ਵਾਲਾ ਗੁਰਦੁਆਰਾ ਵਿੱਚ ਇਨਕਲੂਡ ਹੋ ਗਿਆ, ਮੈਂ ਉਹ ਸਾਰੀ ਸੇਵਾ ਇੱਥੋਂ ਦਾ ਪ੍ਰਤੀਨਿਧੀ ਹੋਣ ਦੇ ਨਾਤੇ, ਗੁਰਦੁਆਰਾ ਕਮੇਟੀ ਦਾ ਮੈਂਬਰ ਅਗਰ ਉਹ ਮੈਨੂੰ ਬਣਾ ਕੇ ਭੇਜਦੇ ਨੇ, ਤਾਂ ਮੇਰੇ ਮਨ 'ਚ ਬਲਬਲਾ ਹੈ, ਸ਼ੌਂਕ ਹੈ, ਚਾਅ ਹੈ, ਮੈਂ ਉਹ ਸਿੱਖ ਰਣਨੀਤੀ ਨਾਲ, ਸਿੱਖ ਸਿਧਾਂਤ ਨਾਲ, ਔਰ ਸਿੱਖਾਂ ਦੀ ਸੋਚ ਨਾਲ ਉਹ ਸੇਵਾ ਕਰਨੀ ਚਾਹੁੰਦਾ।
ਤੁਸੀਂ ਕਹਿ ਰਹੇ ਹੋ ਤੁਹਾਡੇ ਦਿਲ 'ਚ ਬਲਬਲਾ ਹੈ ਔਰ ਇੱਕ ਸ਼ੌਂਕ ਹੈਗਾ, ਪਰ ਗੱਲ ਇਹ ਆਉਂਦੀ ਕਿ ਜਦੋਂ ਵੀ ਕੋਈ ਵੀ ਇੱਥੇ ਕੋਈ ਵੀ ਕੈਂਡੀਡੇਟ ਜਿੱਤ ਕੇ ਜਾਂਦਾ ਉਸ ਤੋਂ ਬਾਅਦ ਸੰਗਤਾਂ ਨੂੰ ਪਿੱਛੇ ਛੱਡ ਦਿੱਤਾ ਜਾਂਦਾ, ਉਹਨੂੰ ਭੁੱਲ ਜਾਂਦੇ ਆ। ਸੰਗਤ ਹਮੇਸ਼ਾ, ਕਿਉਂਕਿ ਦਿੱਲੀ ਦੀ ਸੰਗਤ ਕਹਿ ਲਓ ਭਾਵੇਂ ਉਹ ਪੰਜਾਬ ਦੀ ਵੀ ਸੰਗਤ ਕਹਿ ਲਓ, ਹਮੇਸ਼ਾ ਇਹੀ ਕਹਿੰਦੀ ਹੈ ਕਿ ਬਈ ਅਸੀਂ ਜਿਤਾਨੇ ਕਿਸੇ ਹੋਰ ਨੂੰ ਆ, ਪਰ ਉਸ ਤੋਂ ਬਾਅਦ ਦੇਖਣ ਨੂੰ ਕੁਝ ਹੋਰ ਮਿਲਦਾ ਕਿ ਉਹ ਕੈਂਡੀਡੇਟ ਹੀ ਸਾਨੂੰ ਦਿਖਾਈ ਨਹੀਂ ਦਿੰਦਾ, ਸਾਡੇ ਵਿਚਰਦਾ ਹੀ ਨਹੀਂ ਸਾਡੇ ਵਿੱਚ। ਮੈਂ ਸਮਝਦਾ, ਦੇਖੋ ਉਸ ਚੀਜ਼ ਦਾ ਜਿਹੜਾ ਨਾ ਅੰਤਰ ਹੈ, ਉਹ ਲੋਕ ਇੱਥੋਂ ਦੇ ਲੋਕਲ ਨਹੀਂ ਸੀ, ਸੇਵਾ ਉਹ ਕਰਨ ਆਏ, ਉਹਨਾਂ ਨੂੰ ਟਿਕਟ ਕਮੇਟੀਆਂ ਨੇ ਦਿੱਤੇ ਜਿਹੜੇ ਇਹਨਾਂ ਦੇ ਪਾਰਟੀਆਂ ਦੇ ਹੈੱਡ ਨੇ, ਔਰ ਉਹ ਇੱਥੋਂ ਇਲੈਕਸ਼ਨ ਲੜੇ ਜੀ ਇੱਥੋਂ। ਔਰ ਉਹ ਲੋਕ ਜਿਹੜੇ ਇਲਾਕਿਆਂ ਤੋਂ ਸੀ, ਉਹ ਚੰਗੇ ਇਲਾਕੇ ਸੀ, ਉਹ ਇਹਨਾਂ ਇਲਾਕਿਆਂ ਨੂੰ ਸੋਚਦੇ ਆ ਕਿ ਜੀ ਸਾਡੇ ਮੁਕਾਬਲੇ ਦੇ ਭਾਵੇਂ ਇੱਥੋਂ ਉਹ ਲਾਹਾ ਲੈ ਗਏ, ਲੇਕਿਨ ਮੈਂ ਤਾਂ ਵਿੱਚ ਰਹਿਣਾ ਇੱਥੇ, ਮੈਨੂੰ ਬੜਾ ਸ਼ੌਂਕ ਹੈ, ਮੈਂ ਇਹਨਾਂ ਦੇ ਵਿੱਚ ਰਿਹਾ, ਔਰ ਮੈਂ ਬੜੀ ਖੁਸ਼ੀ ਮਹਿਸੂਸ ਕਰਦਾ ਕਿ ਮੈਨੂੰ ਸੇਵਾ ਦੇਣਗੇ। ਮੈਂ ਵੱਧ ਚੜ੍ਹ ਕੇ ਦਿਨ ਰਾਤ ਇਸੇ ਇਲਾਕੇ 'ਚ ਰਹਿ ਕੇ ਸੇਵਾ ਕਰਾਂਗਾ, ਕਿਉਂਕਿ ਮੈਂ DDA ਤੋਂ ਮੈਨੂੰ ਜਿੰਨਾ ਸੌਰਵ ਵਿਹਾਰ, ਸਰੀਤਾ ਵਿਹਾਰ ਵਗੈਰਾ ਪੈਂਦਾ ਈਸਟ 'ਚ, ਉਨਾ ਹੀ ਨੌਰਥ ਜਿੱਥੇ ਮੈਨੂੰ ਸੰਗਮ ਵਿਹਾਰ ਤਿਗੜੀ ਪੈਂਦਾ, ਔਰ ਜਿਹੜਾ ਮੇਰਾ ਇਲਾਕਾ, ਮੇਰਾ ਸੈਂਟਰ ਜਿੱਥੇ ਮੈਂ ਬੈਠਾ, ਮੇਰਾ ਘਰ DDA 'ਚ, ਮੇਰਾ ਦਫ਼ਤਰ DDA 'ਚ, ਔਰ ਮੈਨੂੰ ਮੇਰੀ 5 ਮਿੰਟ 'ਚ ਪਹੁੰਚ ਹੋਏਗੀ ਦੋਵੇਂ ਪਾਸੇ, ਕਿਤੋਂ ਵੀ ਮੈਨੂੰ ਫੋਨ ਕਾਲ ਆ ਜਾਏਗੀ, ਜਾਂ ਬੜੇ ਈਜ਼ਲੀ ਕੋਈ ਮੇਰੇ ਟ੍ਰੈਫਿਕ ਜਾਮ ਨਹੀਂ ਹੁੰਦਾ, ਕਦੋਂ ਵੀ ਕੋਈ ਬੰਦਾ, ਮੇਰੇ ਪਰਮਾਨੈਂਟ ਆਫਿਸ ਮੇਰੇ ਬੰਦੇ ਵੀ ਹੁੰਦੇ ਨੇ, ਔਰ ਇੱਕ ਉਹਨਾਂ ਦੀ ਇੱਕ ਆਵਾਜ਼ ਤੋਂ ਅਸੀਂ ਉੱਥੇ ਉਹਨਾਂ ਦੇ ਨਾਲ ਖੜਾਂਗੇ, ਔਰ ਅਸੀਂ ਬੜੇ ਸ਼ੌਂਕ ਨਾਲ ਕੰਮ ਕਰਾਂਗੇ। ਹੁਣ ਵੀ ਮੈਨੂੰ ਮਾਣ ਆ, ਲੋਕਲ ਇਹ ਸਾਰੇ ਇਲਾਕਿਆਂ 'ਚੋਂ ਇੱਕ ਬਹੁਤ ਵੱਡੀ ਟੀਮ, ਜਿਹਦੇ ਵਿੱਚ ਮੈਂ ਨਹੀਂ ਕਹਿੰਦਾ ਨੌਜਵਾਨ ਵੀ ਹੈ, ਬਜ਼ੁਰਗ ਵੀ ਹੈ, ਬੀਬੀਆਂ ਵੀ ਹੈ, ਉਹ ਸਾਰੀਆਂ ਇਸ ਚੀਜ਼ 'ਚ ਸਾਥ ਦੇ ਰਹੀਆਂ। ਔਰ ਮੈਂ ਸੋਚਦਾ ਹੈ ਕਿ ਇੱਕ ਤਾਂ ਹੁੰਦਾ ਨਾ ਕਿ ਮੈਂ ਨਿੰਦਿਆ ਨਹੀਂ ਕਰਦਾ ਕਿਸੇ ਦੀ। ਮੇਰੇ ਤੋਂ ਫਾਰਮ ਭਰਵਾਇਆ ਸੀ ਗ੍ਰੇਟਰ ਕਲਾਸ, ਕਹਿੰਦੇ ਤੁਸੀਂ ਅੰਮ੍ਰਿਤ ਛਕਿਆ? ਮੈਂ ਕਿਹਾ ਜੀ ਛਕਿਆ ਹੋਇਆ। ਕਿੰਨਾ ਚਿਰ ਹੋ ਗਿਆ? ਮੈਂ ਕਿਹਾ ਜੀ 30 ਸਾਲ ਹੋ ਗਏ। ਤੇ ਕਹਿੰਦੇ ਬਈ ਫਿਰ ਛਕ ਲਓ। ਮੈਂ ਜੀ ਮੈਨੂੰ ਕੀ ਹੈ, ਮੈਂ ਫਿਰ ਛਕ ਲੈਂਦਾ। ਮੈਂ ਫਿਰ ਲਾਈਨ 'ਚ ਬੈਠ ਗਿਆ। ਉਹ ਇੱਕ ਫਾਰਮ ਭਰਾਉਂਦੇ ਆ ਵੀ ਤੂੰ ਅੰਮ੍ਰਿਤਧਾਰੀ ਹੈ, ਤੂੰ ਗੁਰਸਿੱਖ ਹੈ, ਤੂੰ ਕਿਸੇ ਚੀਜ਼ ਨੂੰ, ਨਸ਼ੇ ਨੂੰ ਜਾਂ ਕਿਸੇ ਚੀਜ਼ ਦੀ ਵਰਤੋਂ ਤਾਂ ਨਹੀਂ ਕਰਦਾ। ਉਹ ਜਿਹੜੇ ਸਾਡੇ ਸਾਹਮਣੇ ਆ ਕੈਂਡੀਡੇਟ ਹੈ ਜਾਂ ਬਹੁਤ ਸਾਰੇ ਹੈ, ਸਾਡੇ ਵਿੱਚ ਸਮਾਜ 'ਚ ਰਹਿੰਦੇ ਆ, ਲੇਕਿਨ ਉਹ ਗੁਰੇਜ਼ ਨਹੀਂ ਕਰਦੇ ਕਸਮ ਖਾਣ ਤੋਂ। ਫਾਰਮ ਭਰਤਾ, ਸਹੁੰ ਪਾ ਲਈ, ਗਾਤਰਾ ਪਾ ਲਿਆ, 22 ਤਰੀਕ ਆ, ਉਸ ਤੋਂ ਬਾਅਦ ਫਿਰ ਉਹਨਾਂ ਨੇ ਉਹੀ ਕਰਨਾ। ਲੇਕਿਨ ਅਸੀਂ ਆਪਣੀ ਰਹਿਣੀ 'ਚ, ਬਾਣੇ 'ਚ, ਬਾਣੀ ਨਾਲ ਜੁੜੇ ਆ, ਸਾਡੀ ਜਾਨ ਜਾਏਗੀ, ਅਸੀਂ ਉਹਦੇ 'ਚ ਰਵਾਂਗੇ। ਅਸੀਂ ਫਰੋਡ ਨਹੀਂ ਕਰਦੇ, ਸਾਨੂੰ ਲਾਲਚ ਨਹੀਂ ਹੈ ਕਿ ਜੀ ਅਸੀਂ ਕਮੇਟੀ 'ਚ ਆਵਾਂਗੇ। ਔਰ ਅਸੀਂ ਅਗਰ ਸੰਗਤਾਂ ਦੀ ਗੱਲ ਤਾਂ ਇਹੀ ਹੈ ਨਾ, ਲਾਲਚ ਦੀ ਗੱਲ ਤਾਂ ਮੌਜੂਦਾ ਕਮੇਟੀ ਵੀ ਇਹੀ ਕਹਿ ਰਹੀ ਕਿ ਲਾਲਚ ਤਾਂ ਸਾਨੂੰ ਵੀ ਨਹੀਂ ਹੈ, ਕਿਉਂਕਿ ਅਸੀਂ 2 ਸਾਲ ਬੇਮਿਸਾਲ ਦੀ ਗੱਲ ਉਹਨਾਂ ਨੇ ਵੀ ਸਾਹਮਣੇ ਰੱਖੀ ਹੈ। ਉਹਨਾਂ ਨੇ ਕੋਰੋਨਾ ਦੇ ਟਾਈਮ ਦਾ ਵੀ ਹਵਾਲਾ ਦਿੱਤਾ ਕਿ ਬਹੁਤ ਕੰਮ ਕੀਤੇ, ਇੱਥੇ ਤੱਕ ਕਿ ਦਿੱਲੀ ਪੁਲਿਸ ਨੇ ਵੀ ਬੰਗਲਾ ਸਾਹਿਬ ਦੇ ਵਿੱਚ ਜਿਹੜੇ ਕਿ ਪਰਿਕਰਮਾ ਕੀਤੀ ਹੈ। ਉਸ ਤੋਂ ਬਾਅਦ ਤੁਹਾਡਾ ਬਾਲਾ ਸਾਹਿਬ ਦੇ ਵਿੱਚ ਡਾਇਲਿਸਿਸ ਸੈਂਟਰ ਵੀ ਖੋਲ੍ਹਿਆ ਗਿਆ ਨਾਲ। ਇਹੋ ਜਿਹੇ ਵੱਡੇ ਵੱਡੇ ਉਪਰਾਲੇ ਉਹਨਾਂ ਵੱਲੋਂ ਕੀਤੇ ਜਾ ਰਹੇ। ਹੁਣ ਇਹੀ ਕਿਹਾ ਜਾ ਰਿਹਾ ਕਿ ਮਨਜੀਤ ਸਿੰਘ ਜੀਕੇ ਦੇ ਨਵੇਂ ਬਣੇ ਯਾਰ ਜਿਹੜੇ ਨੇ ਸਰਨਾ ਸਾਹਿਬ, ਉਹਨਾਂ ਨੇ ਕੇਸ ਪਾ ਕੇ ਜਿਹੜਾ ਕਿ ਬਾਲਾ ਸਾਹਿਬ ਹਸਪੀਟਲ ਰੁਕਵਾਇਆ, ਪਰ ਤੁਸੀਂ ਕਹਿ ਰਹੇ ਹੋ ਕਿ ਬਈ ਅਸੀਂ ਆਪਣੀ ਤਰਫੋਂ ਸੇਵਾ ਕਰਾਂਗੇ। ਇਹ ਇੱਕ ਭਰਮ ਸੰਗਤਾਂ 'ਚ ਫੈਲਾਉਣ ਦੀ ਗੱਲ ਹੈ। ਮਨਜੀਤ ਸਿੰਘ ਸਰਨਾ ਯਾਰ ਬਣੇ ਨੇ, ਇਹ ਸਾਰੇ ਮਨਜੀਤ ਕੋਲ ਹੀ ਗਏ ਨੇ। ਮੈਂ ਮਨਜੀਤ ਸਿੰਘ ਦੇ ਨਾਲ ਆ, ਮੇਰਾ ਇਲਾਕਾ ਉਹਨਾਂ ਦਾ ਪੈਂਦਾ, ਮੈਂ ਉਹਨਾਂ ਦਾ ਵੋਟਰ ਵੀ ਹਾਂ। ਪਰ ਇਹ ਲੋਕਾਂ ਨੂੰ ਸਾਨੂੰ ਕਹਿ ਕੇ ਇੰਦਰਜੀਤ ਜੀ ਉਹ ਬੰਦੇ ਨੂੰ ਲਿਆਓ, ਜਾਂ ਤਾਂ ਆਪ ਇਲੈਕਸ਼ਨ ਲੜੋ ਜਾਂ ਕਿਸੇ ਬੰਦੇ ਨੂੰ ਆਪਣੇ ਨੂੰ ਲੜਾਓ, ਬੰਦਾ ਲੈ ਕੇ ਆਓ। ਮੈਨੂੰ ਮੇਰੇ ਸਾਹਮਣੇ ਹੋਣ, ਮੈਂ ਉਹਨਾਂ ਨੂੰ ਟਿਕਟ ਦਵਾਈ, ਨਾਲ ਜਾ ਕੇ ਮਿਹਨਤ ਕੀਤੀ ਦਿਨ ਰਾਤ। ਇਸ ਇਲਾਕੇ ਨੂੰ ਪਤਾ, ਬੱਚੇ ਨੂੰ, ਇੱਕ ਮੈਂ ਨਾਂ ਨਹੀਂ ਲੈਂਦਾ, 2 ਆ 3, ਹੁਣ ਆ ਚੌਥਾ ਬੰਦਾ ਮੈਂ ਆ। ਪਰ ਉਹ ਕੀ ਹੋਇਆ,
ਉਹ ਲੋਕ ਜਿਹੜੇ ਹੈਗੇ ਆ ਉਹ ਇਹ ਸਿੱਖਾਂ 'ਚ ਆ ਦੇਖੋ ਪਾੜ ਪਾਉਣ ਵਾਲੀ ਗੱਲ ਕਰਦੇ ਆ, ਭਰਮ ਉਹ ਫੈਲਾ ਰਹੇ ਨੇ। ਉਹ ਸਰਨਾ ਯਾਰ ਤੁਸੀਂ ਕਿਹਾ ਬੜੀ ਮਾੜੀ ਗੱਲ ਮੈਂ ਨਹੀਂ ਕਰ ਰਿਹਾ, ਤੋ ਪਤਾ ਲੱਗੀ ਹੈ ਕਿਉਂਕਿ ਉਹੀ ਕਹਿ ਰਹੇ ਨੇ, ਉਹੀ ਕਿਉਂਕਿ ਉਹ ਇਹੀ ਕਹਿ ਰਹੇ ਨੇ ਕਿ ਨਵੇਂ ਬਣੇ ਯਾਰ ਨੇ। ਉਹਨਾਂ ਨੇ ਇਹੀ ਕਿਹਾ ਕਿ ਮਨਜੀਤ ਸਿੰਘ ਜੀਕੇ ਤੇ ਸਰਨਾ ਜਿਹੜੇ ਨੇ ਨਵੇਂ ਬਣੇ ਯਾਰ ਨੇ, ਉਹਨਾਂ ਨੇ ਮਿਲ ਕੇ ਜਿਹੜਾ ਕਿ ਕੇਸ ਪਾਇਆ ਕੋਰਟ ਦੇ ਵਿੱਚ ਕਿ ਬਈ ਜਿਹੜਾ ਬਾਲਾ ਪ੍ਰੀਤਮ ਹਸਪੀਟਲ ਹੈਗਾ ਉਸ ਨੂੰ ਬੰਦ ਕਰ ਦਿੱਤਾ ਜਾਵੇ, ਦੁਬਾਰਾ ਬੰਦ ਕਰ ਦਿੱਤਾ ਜਾਵੇ। ਇਹ ਦੇਖੋ ਗੱਲ ਹੈ, ਮੈਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ। ਮੈਂ ਇਲੈਕਸ਼ਨ 'ਚ ਬਿਜੀ ਹਾਂ, ਮੈਂ ਇੱਧਰ ਨੂੰ ਨਹੀਂ ਗਿਆ। ਲੇਕਿਨ ਜੇ ਸਿੱਖਾਂ ਦੀ ਸੇਵਾ ਦੇ ਵਾਸਤੇ ਸਾਨੂੰ ਕਿਸੇ ਚੀਜ਼ ਦੀ ਵੀ ਸਹੂਲਤ ਦੀ ਜ਼ਰੂਰਤ ਹੋਈ, ਭਾਵੇਂ ਉਹ ਸਕੂਲ ਨੇ, ਭਾਵੇਂ ਉਹ ਹਸਪੀਟਲ ਨੇ ਜਾਂ ਕੋਈ ਹੋਰ ਸੇਵਾ ਸੈਂਟਰ ਨੇ, ਅਸੀਂ ਵੱਧ ਤੋਂ ਵੱਧ ਪ੍ਰੈਫਰੈਂਸ ਦੇਵਾਂਗੇ। ਕੋਸ਼ਿਸ਼ ਕਰਾਂਗੇ ਕਿ ਇਹ ਆਪਣੀ ਸੰਗਤ ਦੀ ਸੇਵਾ ਦੇ ਵਾਸਤੇ ਸਾਰੀਆਂ ਚੀਜ਼ਾਂ ਹੋਣ, ਤਾਂ ਕਿ ਸਿੱਖਾਂ ਨੂੰ ਜੋ 2% ਨੇ ਇੱਥੇ ਹਿੰਦੁਸਤਾਨ 'ਚ ਹੀ ਸਾਡੀ ਆਬਾਦੀ, ਦਿੱਲੀ 'ਚ ਤਾਂ ਚਲੋ ਸ਼ੁਕਰ ਹੈ ਟਰਾਂਸਪੋਰਟਰ ਮੇਰੇ ਵੀਰ ਸਾਰੇ ਅਸੀਂ ਬੜੇ ਸ਼ੁਕਰ ਹੈ ਸਾਰੇ ਕਾਮਯਾਬ ਆ, ਲੇਕਿਨ ਉਹ ਘੱਟ ਗਿਣਤੀ ਨੂੰ ਅਗਰ ਅਸੀਂ ਆਪੇ ਹੀ ਲੜਦੇ ਰਵਾਂਗੇ, ਇੰਨੇ % ਵੀ ਲੜਦੇ ਰਵਾਂਗੇ, ਤਾਂ ਫਿਰ ਉਹਨਾਂ ਨੇ ਤਾਂ ਸਾਨੂੰ ਕਿਸੇ ਨੇ ਜਰੈਮ ਪੇਸ਼ਾ ਕਹਿਣਾ। ਜੇ ਸਾਡੇ ਅਸੀਂ ਇੱਕ ਮੋਟਾ ਸਿੱਖ ਜਿਹੜਾ ਹੈਗਾ ਨਾ, ਉਹ ਖਾੜਕੂ ਕੌਮ ਹੈ, ਆਪਣੇ ਹੱਕਾਂ ਵਾਸਤੇ ਲੜਨ ਵਾਸਤੇ ਗੁਰੂ ਦੇ ਧਾਰਨੀ ਹੈ, ਉਹ ਸੇਵਾ ਦੇ ਪਰਪੱਕ ਹੈ, ਉਹ ਕਦੇ ਪਿੱਛੇ ਨਹੀਂ ਹਟਦੇ। ਬੇਸ਼ੱਕ ਆਪਸ ਵਿੱਚ ਲੜ ਕੇ ਥੋੜ੍ਹੀ ਬਹੁਤੀ ਐਕਸਰਸਾਈਜ਼ ਕਰਦੇ ਰਹਿੰਦੇ ਆ, ਜੇ ਕੋਈ ਹੋਰ ਨਾਲ ਲੜੇ ਵੀ ਲੈਵੇ ਹੀ ਮਜ਼ਬੂਤ ਇੰਨੇ ਕੁ ਤਾਂ ਹੋਈਏ। ਪਰ ਜਦੋਂ ਸਿੱਖ ਤੇ ਕਿਸੇ ਨੇ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਆ, ਤਾਂ ਉੱਥੇ ਸਿੱਖ ਸਾਰੇ ਭਾਵੇਂ ਕਿਤੋਂ ਹੋਵੇ ਜਾ ਕੇ ਚਟਾਨ ਵਾਂਗ ਖੜਦੇ ਆ। ਔਰ ਅਸੀਂ ਇਸੇ ਵਾਸਤੇ ਇੱਥੇ ਬੈਠੇ ਆ, ਜਦ ਕਿ ਅਸੀਂ ਹਿੰਦੁਸਤਾਨ ਦੇ ਵਾਸੀ ਆ, ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਹੈ। ਅਸੀਂ ਆਪਣੇ ਦੇਸ਼ ਨੂੰ ਪਿਆਰ ਕਰਦੇ ਆ, ਕਿਉਂਕਿ ਸਭ ਤੋਂ ਵੱਧ ਕੁਰਬਾਨੀਆਂ ਅੰਕੜੇ ਕਹਿੰਦੇ ਨੇ, ਇਤਿਹਾਸ ਕਹਿੰਦਾ ਉਹ ਸਿੱਖਾਂ ਦੀਆਂ ਨੇ। ਭਾਵੇਂ 71 ਦੀ ਲੜਾਈ ਹੋਈ, ਭਾਵੇਂ 65 ਦੀ ਲੜਾਈ ਹੋਈ ਹੋਵੇ, ਜਾਂ ਹੁਣ ਕੋਈ ਜੰਗਾਂ ਜਾਂ ਸੀਕ੍ਰੇਟ ਤਰੀਕੇ ਨਾਲ ਚੱਲਦੀਆਂ ਹੋਣ, ਤਾਂ ਸਿੱਖ ਆਪਣੇ ਘਰਾਂ 'ਚ ਆਪਣੇ ਵੀਰਾਂ ਨੂੰ, ਫੌਜੀਆਂ ਨੂੰ ਸਾਰੀ ਸਹੂਲਤ ਦੇ ਕੇ ਉਹ ਆਪ ਨਾਲ ਜਾ ਕੇ ਮੋਰਚਿਆਂ 'ਤੇ ਹੁਣ ਵੀ ਖੜ੍ਹਦੇ ਨੇ। ਮੈਂ ਬੜੇ ਮਾਣ ਨਾਲ ਕਹਿੰਦਾ ਕਿ ਸਿੱਖਾਂ ਨੂੰ ਸਿਰਫ ਇਹ ਹੈ, ਦੇਖੋ ਇਲੈਕਸ਼ਨ ਹੁੰਦੇ ਨੇ, ਡੈਮੋਕ੍ਰੈਟਿਕ ਹੈ, ਇਹ ਰਸਤਾ ਹੈ ਇੱਕ, ਪਰ ਇਹ ਨਹੀਂ ਉਹ ਲੜੋ ਸੰਗਤ। ਹੁਣ ਮੇਰੇ ਨਾਲ ਹੋਰ ਬੰਦੇ ਖੜੇ ਨੇ, ਮੈਂ ਵੀ ਖੜਾ ਹੈ, ਹੋਰ ਵੀ ਬੰਦੇ ਇਲੈਕਸ਼ਨ ਲੜ ਰਹੇ ਨੇ, ਪਰ ਇਹ ਸੰਗਤ ਦੇ ਹੱਥ ਆ। ਜਿਹੜਾ ਆਦਮੀ ਉਹਨਾਂ ਦੀ ਸੋਚ ਲਾਇਕ ਹੈ। ਸਵੇਰੇ ਮੇਰੀ ਇੱਕ ਮੀਟਿੰਗ ਸੀ, ਮੈਨੂੰ ਉਹਨਾਂ ਨੇ ਪੁੱਛਿਆ ਤੁਸੀਂ ਬੋਲੋ। ਮੈਂ ਕਿਹਾ ਜੀ ਵੀ ਸੰਗਤ 'ਚ ਮੇਰੀ ਹੱਥ ਜੋੜ ਕੇ ਬੇਨਤੀ ਹੈ, ਤੁਸੀਂ ਪਤਾ ਕਰ ਲਓ ਹਜੇ 3 ਹੈ 22 ਤਰੀਕ ਤੱਕ, ਜਿਹੜਾ ਤੁਹਾਨੂੰ ਸਿੱਖੀ 'ਚ ਪਰਪੱਕ ਲੱਗਦਾ ਹੈ, ਜਿਹੜਾ ਤੁਹਾਡੇ ਇਸ ਦੇ ਕਾਬਲ ਆ, ਤੁਸੀਂ ਨਿਰਣਾ ਲਓ। ਵੋਟ ਤੁਹਾਡੇ ਨਾਲ ਆਉਣਾ ਹੈ। ਜੇ ਅੱਜ ਤੁਸੀਂ ਕਿਸੇ ਨੂੰ ਗਲਤ ਚੋਣ ਕੀਤੀ, ਤਾਂ ਜਿਵੇਂ ਪਹਿਲਾਂ ਕਹਿੰਦੇ ਜੀ ਉੱਥੇ ਆਏ ਹੋ ਗਿਆ ਜੀ, ਉਹਨੇ ਆਏ, ਅਸੀਂ ਸੇਵਾ ਕੀਤੀ ਕਰਾਂਗੇ, ਉਹ ਫਿਰ ਹਵਾ 'ਚ ਗੱਲਾਂ ਰਹਿਣੀਆਂ। ਇਸ ਟਾਈਮ ਤੁਹਾਡੇ ਹੱਥ ਹੈ, ਆਪਣੇ ਹੱਥ ਨਾਲ ਅਗਰ ਗਲਤ ਜਾਓਗੇ ਤੁਹਾਡੇ ਹੱਥ ਕੰਬਣਗੇ। ਜੇ ਸਹੀ ਬੰਦਾ ਚੁਣਦੇ ਆ ਨਾ, ਤੁਹਾਨੂੰ ਮਾਣ ਹੋਏਗਾ। ਇਸ ਕਰਕੇ ਮੈਂ ਨਹੀਂ ਕਹਿੰਦਾ ਮੈਨੂੰ ਵੋਟ ਪਾਓ, ਮੈਂ ਕਹਿੰਦਾ ਤੁਹਾਡੇ ਕੋਲ ਸਮਾਂ ਹਜੇ ਵੀ ਹੈਗਾ, ਤਾਂ ਕਿ ਸਾਨੂੰ ਪਛਤਾਣਾ ਨਾ ਪਵੇ, ਕੌਮ ਨੂੰ ਕੋਈ ਸੇਧ। ਮੇਰੀ ਗ੍ਰੈਜੂਏਸ਼ਨ ਹੈ ਗਵਰਨਮੈਂਟ ਕਾਲਜ ਤੋਂ, ਪੰਜਾਬੀ ਯੂਨੀਵਰਸਿਟੀ ਤੋਂ ਮੇਰੀ ਕੋਲ ਡਿਗਰੀ ਹੈ, ਦਿੱਲੀ ਸਟੇਟ ਟੈਕਸੀ ਸੁਸਾਇਟੀ ਦਾ ਮੈਂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆ, ਉਹਦਾ ਮੈਂ ਚੇਅਰਮੈਨ ਵੀ ਰਿਹਾ। ਮੈਨੂੰ ਬਹੁਤ ਮਹਾਰਾਜ ਦੀ ਬਖਸ਼ਿਸ਼ ਆ, ਬੜੇ ਅਹੁਦੇ ਦਿੱਤੇ ਨੇ। ਇਸ ਟਾਈਮ ਵੀ ਆਹ ਦੇਖੋ ਤੁਹਾਡੇ ਸਾਹਮਣੇ ਕਿੰਨੀ ਸੰਗਤ ਮੇਰੇ ਨਾਲ ਆ। ਲੇਕਿਨ ਜੇ ਮੈਂ ਆਪ ਠੀਕ ਨਹੀਂ ਨਾ, ਤਾਂ ਕੋਈ ਇੱਕ ਕਦਮ ਨਹੀਂ ਪਟਦਾ। ਮੈਨੂੰ ਮਾਣ ਹੈ, ਮੈਨੂੰ ਸਾਥ ਚਾਹੀਦਾ ਹੈ ਸਾਰੀ ਸੰਗਤ ਦਾ। ਮੈਂ ਬੇਨਤੀ ਕਰਾਂਗਾ ਕਿ ਉਹ ਮੈਨੂੰ ਚਾਂਸ ਦੇਣ, ਤਾਂ ਕਿ ਮੈਂ ਦੇਸ਼ ਕੌਮ ਦੀ ਸੇਵਾ ਕਰ ਸਕਾਂ। ਇਹ ਜਿਹੜੇ ਜ਼ੁਲਮੇ ਕਸੇ ਜਾਂਦੇ ਨੇ, ਤਾਂ ਅਸੀਂ ਇਹਨਾਂ ਤੋਂ ਵੀ ਜਿਹੜੇ ਲੋਕ ਕਹਿੰਦੇ ਨੇ, ਉਹਨਾਂ ਨੂੰ ਵੀ ਅਸੀਂ ਵਰਤ ਸਕੀਏ ਕਿ ਇਸ ਤਰ੍ਹਾਂ ਪਾੜ ਨਾ ਪਾਓ। ਨਰਜੀਤ ਸਿੰਘ ਜੀ, ਗੱਲ ਇੱਥੇ ਆਉਂਦੀ ਹੈ ਕਿ ਭਈ ਹਮੇਸ਼ਾ ਮੰਨ ਲਈਏ ਕਿ ਠੀਕ ਹੈ ਤੁਹਾਡੀ ਕਮੇਟੀ ਜਿੱਤ ਜਾਂਦੀ ਹੈ, ਤੁਸੀਂ ਵੀ ਜਿੱਤ ਜਾਂਦੇ ਹੋ, ਤੇ
ਉੱਥੇ ਗੱਲ ਇਹ ਆਉਂਦੀ ਹੈ ਕਿ ਬਈ 100 ਜਿਹੜੀ ਅੱਧੇ ਤੋਂ ਜ਼ਿਆਦਾ ਜਿਹੜੀ ਚਲਦੀ ਹੈ ਉਹ ਪ੍ਰਧਾਨ ਦੀ ਚਲਦੀ, ਉਸ ਤੋਂ ਬਾਅਦ ਜਨਰਲ ਸਕੱਤਰ ਦੀ ਚਲਦੀ, ਉਸ ਤੋਂ ਬਾਅਦ ਮੈਂਬਰਾਂ ਦਾ ਕੋਈ ਕੰਮ ਨਹੀਂ ਹੁੰਦਾ, ਮੈਂਬਰਾਂ ਨੂੰ ਗੱਲਾਂ ਮੰਨਣੀਆਂ ਵੀ ਪੈਂਦੀਆਂ ਨੇ। ਹਾਂ, ਪਰ ਕੋਈ ਇਸ ਤਰੀਕੇ ਦੀ ਵੀ ਗੱਲਾਂ ਹੋ ਸਕਦੀਆਂ ਨੇ ਤੁਹਾਡੇ ਕਮੇਟੀ ਦੌਰਾਨ ਕਿ ਤੁਸੀਂ ਤੁਹਾਡੀ ਆਪਣੀ ਆਵਾਜ਼ ਤੁਸੀਂ ਬੁਲੰਦ ਕਰੋ, ਪਰ ਤੁਹਾਨੂੰ ਲੱਗ ਸਕਦਾ ਕਿ ਕਮੇਟੀ ਦੇ ਵਿੱਚ ਇਸ ਤਰੀਕੇ ਦੀ ਵੀ ਗੱਲਾਂ ਹੋ ਰਹੀਆਂ ਜਿਹੜੇ ਤੁਹਾਡੇ ਇੱਕ ਆਪਣੇ ਜ਼ਮੀਰ ਦੇ ਖਿਲਾਫ ਜਾ ਰਹੀਆਂ ਨੇ। ਉਸ ਵੇਲੇ ਇੰਦਰਜੀਤ ਸਿੰਘ ਦਾ ਕੀ ਸਟੈਂਡ ਰਹੇਗਾ? ਕਿਉਂਕਿ ਪਾਰਟੀ ਠੀਕ ਹੈ, ਉਸ ਪਾਰਟੀ ਤੋਂ ਜਿੱਤ ਕੇ ਤੁਸੀਂ ਪਹੁੰਚੇ, ਪਰ ਜ਼ਮੀਰ ਵੀ ਜਿਹੜੀ ਹੈ, ਜਿਹੜੀ ਗੁਰੂ ਦੀ ਜ਼ਮੀਰ ਹੈ, ਇੱਕ ਤਰੀਕੇ ਨਾਲ ਆਪਾਂ ਗੱਲ ਕਰੀਏ ਜਾਗਦੀ ਜ਼ਮੀਰ ਜਿਹਨੂੰ ਆਪਾਂ ਕਹਿੰਦੇ ਹਾਂ, ਉਸ ਹਿਸਾਬ ਨਾਲ ਕੀ ਇੰਦਰਜੀਤ ਸਿੰਘ ਪਾਰਟੀ ਦੇ ਵਿੱਚ ਰਹਿ ਕੇ ਵੀ ਆਪਣੇ ਉਹਨਾਂ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨਗੇ ਕਿ ਉਹਨਾਂ ਨਾਲ ਹੀ ਗੱਲਬਾਤ ਹੋ ਜਾਏਗੀ? ਫਿਰ ਤੁਹਾਡੀ ਗੱਲ ਹੈ। ਬਿਲਕੁਲ। ਹੁਣ ਕੀ ਹੋਇਆ ਮਨਜੀਤ ਸਿੰਘ ਨਾਲ? ਜੀ, ਮਨਜੀਤ ਸਿੰਘ ਦੇ ਨਾਲ ਸਭ ਤੋਂ ਵੱਧ ਸੀਟਾਂ ਜਿੱਤ ਕੇ ਇਹ ਜਿਹੜੇ ਸਾਥੀ ਮਨਜੀਤ ਸਿੰਘ ਦੇ ਖਿਲਾਫ ਇਹ ਕੈਂਡੀਡੇਟ ਖੜੇ ਕਰਦੇ, ਉਹ ਪੁੱਛਿਓ ਉਹਨਾਂ ਨੂੰ ਕਿਸੇ ਨੂੰ ਵੀ, ਉਹ ਮਨਜੀਤ ਸਿੰਘ ਦੀ ਟਿਕਟ ਤੇ ਜਿੱਤੇ ਸੀ। ਜਦੋਂ ਮਨਜੀਤ ਸਿੰਘ ਸੀਟ ਤੇ ਆ ਗਿਆ, ਪ੍ਰਧਾਨਗੀਆਂ ਦੇ ਸੈਕਟਰੀਆਂ ਦੇ ਲਾਲਚਾਂ ਨਾਲ ਉਹਨਾਂ ਨੇ ਉਹਨੂੰ ਕਿਹਾ ਜੀ ਇਹਨੇ ਇਹ ਕੀਤਾ, ਭ੍ਰਿਸ਼ਟਾਚਾਰ ਕੀਤਾ, ਇਹ ਕੀਤਾ, ਉਹਦੀ ਪਿੱਠ 'ਚ ਛੁਰਾ ਖੋਪਿਆ, ਲੇਕਿਨ ਉਹ ਉੱਠਿਆ ਮਰਦ ਦਾ ਬੱਚਾ, ਕਿਉਂਕਿ ਉਹ ਜਥੇਦਾਰ ਸੰਤੋਖ ਸਿੰਘ ਦਾ ਬੇਟਾ ਹੈ, ਉਹ ਜਿਹਦੀਆਂ ਕੁਰਬਾਨੀਆਂ ਨੂੰ ਨਾ ਭੁੱਲ ਨਹੀਂ ਸਕਦੀ ਦਿੱਲੀ, ਉਸ ਦਾ ਬੇਟਾ। ਉਹਨੇ ਬਿਲਕੁਲ ਬੇਖੌਫ ਹੋ ਕੇ ਉੱਥੋਂ ਅਸਤੀਫਾ ਦਿੱਤਾ ਖੁਦ, ਉਸ ਦਲਦਲ ਦੇ ਵਿੱਚੋਂ ਨਿਕਲ ਕੇ। ਮੈਂ ਤੁਹਾਡੀ ਗੱਲ ਕਰ, ਤੁਸੀਂ ਕਿੱਥੇ ਰਹੋਗੇ? ਮੈਂ ਬਿਲਕੁਲ ਮਨਜੀਤ ਸਿੰਘ ਦੇ ਨਾਲ ਹਾਂ, ਮਨਜੀਤ ਸਿੰਘ ਦੇ ਨਾਲ ਖੜਾਂਗਾ। ਉਹਦੇ ਜੋ ਦੋਸ਼ ਹੈ ਲੱਗੇ ਉਹਨਾਂ ਨੂੰ ਜਾਂ ਤਾਂ ਸਾਬਤ ਕਰਨ ਜਾਂ ਫਿਰ ਆਪਣੇ ਆਪ ਨੂੰ ਕਹਿਣ ਕਿ ਜੀ ਸਾਤੋਂ ਗਲਤੀ ਹੋਈ ਹੈ, ਸਾਨੂੰ ਟਿਕਟ ਵੀ ਦਿੱਤੇ, ਸਾਨੂੰ ਬਣਾਇਆ ਵੀ, ਸਾਨੂੰ ਸਭ ਕੁਝ ਕੀਤਾ, ਅਸੀਂ ਉਹਨੂੰ ਉਤਾਰ ਕੇ ਅੱਜ ਲਾਂਬੇ ਰੋਡ ਉੱਤੇ ਕਰਤਾ, ਲੇਕਿਨ ਲੋਕਾਂ ਨੇ ਸਿਰ ਹੱਥਾਂ ਤੇ ਚੁੱਕਿਆ ਹੋਇਆ ਉਹਨੂੰ। ਉਹ ਮਨਜੀਤ ਸਿੰਘ ਕਿਸੇ ਗੱਲੋਂ ਬਿਲਕੁਲ ਬੇਖੌਫ ਹੈ, ਨਿਧੜਕ ਹੈ, ਬੁਲਾਰਾ ਹੈ। ਮੈਂ ਅੱਜ ਨਹੀਂ, ਮੈਂ ਕੋਈ ਪਾਰਟੀ 'ਚ ਨਹੀਂ ਗਿਆ ਕਦੇ, ਮੈਂ ਮਨਜੀਤ ਸਿੰਘ ਨਾਲ ਸੀ, ਹਾਂ ਰਵਾਂਗਾ। ਔਰ ਜਿਸ ਤਰੀਕੇ ਨਾਲ ਅਸੀਂ ਉਹਨਾਂ ਨੂੰ ਕਦੇ ਵੀ ਫੋਨ ਕਰਦੇ ਰਾਤ ਨੂੰ ਵੀ, ਇਹ ਪਰਖ ਹੁੰਦੀ ਬੰਦੇ ਦੀ, ਜੇ ਉਹ ਕਿਤੇ ਮੀਟਿੰਗ 'ਚ ਹੁੰਦੇ ਨਾ, ਫ੍ਰੀ ਹੁੰਦੇ ਸਾਰੇ ਉਹਨਾਂ ਕੋਲ ਨੋਟ ਹੁੰਦਾ ਕੌਣ ਕੌਣ ਬੰਦੇ ਨੇ ਮੈਨੂੰ ਫੋਨ ਕੀਤਾ, ਤੁਰੰਤ ਪੁੱਛਣਗੇ ਦੱਸੋ। ਜੇ ਕਿਸੇ ਨੂੰ ਐਮਰਜੈਂਸੀ ਹੈ ਤਾਂ ਜਿੰਨਾ ਟਾਈਮ ਉਹ ਦੇਣਗੇ ਉਹ ਤੋਂ ਪਹਿਲਾਂ ਉੱਥੇ ਪਹੁੰਚਣਗੇ। ਅਸੀਂ ਤੱਤ ਕੱਢੇ ਹੋਏ ਨੇ, ਜਿਹੜਾ ਬੰਦਾ ਸਾਡੇ ਨਾਲ ਇਸ ਤਰੀਕੇ ਨਾਲ ਖੜਾ ਨਾ, ਤੇ ਮੈਂ ਤਾਂ 30-35 ਸਾਲਾਂ ਤੋਂ ਉਹਦੇ ਨਾਲ ਆ, ਅਸੀਂ ਉਹਨਾਂ ਨੂੰ ਪਰਖਿਆ ਹੋਇਆ, ਬੜੀ ਵਧੀਆ ਉਹਨਾਂ ਦੀ ਟੀਮ ਆ, ਔਰ ਅਸੀਂ ਜਿੱਤਾਂਗੇ। ਗੁਰੂ ਮਹਾਰਾਜ ਕਿਰਪਾ ਕਰੇ ਅਸੀਂ ਸਰਕਾਰ ਬਣਾਵਾਂਗੇ। ਕੋਈ ਕਿਸੇ ਨੂੰ ਭਰਮ ਭੁਲੇਖੇ ਦੇ ਵਿੱਚ ਰਹਿਣ ਦੀ ਜ਼ਰੂਰਤ ਨਹੀਂ ਆ। ਮੈਂ ਬੇਨਤੀ ਕਰਾਂਗਾ ਸੰਗਤਾਂ ਨੂੰ, ਕਿਰਪਾ ਕਰੋ। ਦੇਖੋ ਗੱਲ ਸੁਣੋ, ਤੁਸੀਂ ਪਹਿਲੇ ਦੇਖ ਲਏ, ਸਾਰਾ ਕੁਝ ਦੇਖਿਆ। ਇਹ ਤਾਂ ਹੁਣ ਅੱਜ ਕੱਲ੍ਹ ਤਾਂ ਬੜਾ ਤੇਜ਼ ਆ, ਨਿਊਜ਼ ਆਉਂਦੀ ਆ ਮਿੰਟਾਂ 'ਚ, ਤੁਸੀਂ ਰਾਤ ਦੀ ਗੱਲ ਸਵੇਰੇ ਆ ਜਾਂਦੀ, ਟੀਵੀ ਹੈ, ਸਾਰਾ ਕੁਝ ਹੈ, ਸਾਧਨ ਹੈ। ਦੇਖੋ ਮੀਡੀਆ ਦਾ ਸਮਾਂ, ਹੁਣ ਤੁਸੀਂ ਆਏ ਆ, ਤੁਸੀਂ ਸਾਨੂੰ 1 ਮਿੰਟ 'ਚ ਲੱਭ ਲਿਆ ਕਿੱਥੇ ਕੀ ਆ ਅਜੇ, ਸਾਨੂੰ ਤੁਸੀਂ ਪੁੱਛ ਰਹੇ ਸਾਰੀਆਂ ਗੱਲਾਂ, ਤੁਸੀਂ ਕਿਹਾ ਨਹੀਂ ਫਲਾਉਣੀਆਂ। ਪਰ ਗੱਲ ਹੈ, ਮੈਂ ਮਾफ़ ਕਰਨਾ ਜੇ ਮੈਂ ਬੋਲਦਾ ਹੋਇਆ ਜਾਂ ਵੇਗ 'ਚ ਜਾਂ ਕੋਈ ਗੱਲ ਮੈਂ ਕਹਿ ਬੈਠਾ, ਮੈਂ ਉਹਦਾ ਖਿਮਾ ਦਾ ਜਾਚਕ ਹਾਂ, ਲੇਕਿਨ ਮੈਂ ਆਪਣੇ ਬਿਲਕੁਲ ਤਨ ਤੋਂ, ਮਨ ਤੋਂ, ਧਨ ਤੋਂ ਬੋਲਦਾ। ਮੈਂ ਬੇਨਤੀ ਕਰਾਂਗਾ ਸੇਵਾ ਦਾ ਮੌਕਾ ਦੇਣ, ਅਸੀਂ ਸੇਵਾ ਕਰਾਂਗੇ, ਗੁਰੂ ਮਹਾਰਾਜ ਕਿਰਪਾ ਕਰੇ। ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਸੋ ਇਹ ਸਨ ਸਾਡੇ ਨਾਲ ਸਰਦਾਰ ਇੰਦਰਜੀਤ ਸਿੰਘ ਜੀ, ਜਿਨ੍ਹਾਂ ਨੇ ਤੁਹਾਡੇ ਸਾਹਮਣੇ ਆਪਣੀ ਗੱਲਬਾਤ ਰੱਖੀ। ਤੁਸੀਂ ਜੁੜੇ ਰਹੋ ਸਿੱਖ ਚੈਨਲ ਨਾਲ। ਦਾ ਜਸਮੀਤ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।